ਪ੍ਰਚਾਰਕ ਸੁਚੇਤਨਾ ਸਥਾਨ ਦੇ ਸਮੂਹ ਗੁਰੂ ਕੇ ਪਿਆਰੇ ਵਿਦਵਾਨ ਜਨੋ, ਸਤਸੰਗਿਓ, ਗੁਰੂ ਬਖਸ਼ਿਸ਼ ਦੁਹਰਾਈਏ, ਪਿਆਰ ਨਾਲ ਫਤਿਹ ਸਾਂਝੀ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 11 ਨੰਬਰ ਪੌੜੀ ਨਾਲ ਸੰਬੰਧਿਤ ਜਿਹੜਾ ਸਲੋਕ ਆ, ਦੂਸਰਾ ਸਲੋਕ, ਤੇ ਇਸ ਦੀ ਵਿਚਾਰ ਆਪਾਂ ਅੱਜ ਸਾਰੇ ਰਲ ਮਿਲ ਕੇ ਕਰਦੇ ਹਾਂ। ਅਤੇ ਜਿਵੇਂ ਆਪਾਂ ਹਮੇਸ਼ਾ ਇਹ ਜ਼ਿਕਰ ਕਰਦੇ ਹਾਂ ਵੀ ਜਦੋਂ ਵੀ ਵਾਰਾਂ ਨੂੰ ਸਮਝਣਾ ਆ ਤਾਂ ਪੌੜੀਆਂ ਉਹਦਾ ਕੇਂਦਰੀ ਖਿਆਲ ਹੁੰਦੀਆਂ ਅਤੇ ਸਲੋਕ ਉਹਦੀ ਜਿਹੜੀ ਆ ਉਹ ਵਿਆਖਿਆ ਕਰਦੇ ਆ। ਬਹੁਤਾਤ ਗਿਣਤੀ 'ਚ ਵਾਰਾਂ ਦੇ ਨਾਲ 2-2 ਸਲੋਕ ਨੇ, ਪਰ ਕਿਤੇ ਕਿਤੇ ਸਲੋਕ 3 ਜਾਂ 4 ਜਾਂ ਇਹਦੇ ਤੋਂ ਵਧੇਕ ਵੀ ਗੁਰੂ ਸਾਹਿਬ ਜੀ ਨੇ ਪੌੜੀ ਦੀ ਵਿਆਖਿਆ ਕਰਦਿਆਂ ਲਿਖੇ ਆ। ਪੌੜੀ ਦਾ ਜਿਹੜਾ ਭਾਵ ਆ ਉਹ ਹੈਗਾ ਵਾ ਸਹਿਜੇ ਹੀ ਸੱਚ ਸਮਾਇਆ। ਜਿਹਨੇ ਗੁਰੂ ਦੀ ਕਿਰਪਾ ਨਾਲ ਉਸ ਕਰਤੇ ਨੂੰ, ਉਸ ਕਰਤੇ ਦੇ ਹੁਕਮ ਨੂੰ, ਉਹਦੀ ਬਖਸ਼ਿਸ਼ ਨੂੰ ਸਮਝ ਲਿਆ, ਉਹ ਗੁਰੂ ਦੀ ਸਮਝ ਨਾਲ ਉਸ ਸੱਚ ਵਿੱਚ ਸਮਾ ਜਾਂਦੇ ਆ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਆ। ਸਮਾਜ ਦਾ ਬਹੁਤ ਵੱਡਾ ਹਿੱਸਾ ਇਸ ਤਰ੍ਹਾਂ ਦਾ ਆ ਜਿਹਦੇ ਕੋਲ ਸੱਚ ਨਹੀਂ ਅਤੇ ਉਹਦੇ ਆਲੇ ਦੁਆਲੇ ਕੂੜ ਪਸਰਿਆ ਹੋਇਆ। ਸਲੋਕ ਦਾ ਪਹਿਲੇ ਸਲੋਕ ਦਾ ਜਿਹੜਾ ਭਾਵ ਆ ਵੀ ਸੱਚ ਕਾਲ ਕੂੜ ਵਰਤਿਆ, ਕਲ ਕਾਲ ਖਵੇ ਤਾਲ, ਬੀਓ ਬੀਜ ਪੱਤ ਲੈ ਗਿਆ ਉਹ ਕਿਉਂ ਗਵੈ ਦਾਲ। ਕਿਸੇ ਵੀ ਬੀਜ ਨੂੰ ਜਦੋਂ ਤੁਸੀਂ ਜ਼ਮੀਨ ਵਿੱਚ ਪਾਓ ਤਾਂ ਉਹਦਾ ਇੱਕ ਹੋਣਾ ਬਹੁਤ ਜ਼ਰੂਰੀ ਹੁੰਦਾ, ਸਾਬਤ ਹੋਣਾ ਬਹੁਤ ਜ਼ਰੂਰੀ ਹੁੰਦਾ। ਜੇ ਉਹਦੇ 2 ਪੀਸ ਹੋ ਜਾਣ, ਭਾਵ ਉਹਦੀ ਦਾਲ ਬਣ ਜੇ, ਅਤੇ ਉਹਦਾ ਪੌਦਾ ਤਿਆਰ ਨਹੀਂ ਹੁੰਦਾ, ਉਹਦੇ ਤੋਂ ਫਲ ਤਿਆਰ ਨਹੀਂ ਹੁੰਦੇ। ਉਹ ਅੱਗੇ ਬਹੁਤ ਚੀਜ਼ਾਂ ਆਪਣੇ 'ਚੋਂ ਪੈਦਾ ਨਹੀਂ ਕਰ ਸਕਦਾ। ਠੀਕ ਇਸੇ ਤਰ੍ਹਾਂ ਜੇ ਅਸੀਂ ਸਮਾਜ ਦੇ ਵਿੱਚ ਇੱਕ ਪੌਦੇ ਵਾਂਗ ਦੁਨੀਆ ਨੂੰ ਛਾਂ ਦੇਣ ਵਾਲੇ ਬਣਨਾ ਚਾਹੁੰਦੇ ਹਾਂ ਤਾਂ ਸਾਡਾ ਇੱਕ ਹੋਣਾ ਬਹੁਤ ਜ਼ਰੂਰੀ ਆ। ਸਾਡਾ ਕਈ ਹਿੱਸਿਆਂ 'ਚ ਵੰਡਿਆ ਜਾਣਾ, ਦੁਫਾੜ ਹੋ ਜਾਣਾ ਦਾਲ ਬਣਨ ਦੇ ਸਮਾਨ ਆ। ਅਤੇ ਦਾਲ ਬਣਿਆ ਹੋਇਆ ਬੀਜ ਜਿਵੇਂ ਪੌਦਾ ਨਹੀਂ ਬਣਦਾ, ਇੱਦਾਂ ਹੀ ਕਈ ਹਿੱਸਿਆਂ 'ਚ ਵੰਡੇ ਹੋਏ ਲੋਕ ਸਮਾਜ ਵਾਸਤੇ ਘਾਤਕ ਸਾਬਤ ਹੁੰਦੇ ਆ, ਸਮਾਜ ਲਈ ਖਤਰਨਾਕ ਸਾਬਤ ਹੁੰਦੇ ਆ, ਜਿਹੜੇ ਇੱਕ ਨਾਲੋਂ ਟੁੱਟ ਜਾਂਦੇ ਆ ਅਤੇ ਕਈਆਂ ਦੇ ਹੋ ਜਾਂਦੇ ਆ। ਗੁਰੂ ਸਾਹਿਬ ਜੀ ਫਿਰ ਉਹਨਾਂ ਦੀ ਇੱਕ ਜਿਹੜੀ ਰੂਪ ਰੇਖਾ ਵਾ, ਉਹਨਾਂ ਦਾ ਇੱਕ ਚਿੱਤਰ ਆ ਜਿਹੜਾ ਇੱਕ ਚਿਤਵਦੇ ਆ ਵੀ ਉਹ ਕਿੱਦਾਂ ਦੇ ਲੋਕ ਹੁੰਦੇ ਆ। ਅਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਜੀਵਨ ਫਿਰ ਇੱਦਾਂ ਦਾ ਹੁੰਦਾ ਵੀ ਲੱਭ ਪਾਪ ਦੋਏ ਰਾਜਾ ਮਹਿਤਾ। ਲੱਭ ਅਤੇ ਪਾਪ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਲੋਭ ਮਾਨੋ ਰਾਜਾ ਬਣ ਜਾਂਦਾ ਅਤੇ ਪਾਪ ਵਜ਼ੀਰ ਬਣ ਜਾਂਦਾ, ਅਤੇ ਝੂਠ ਕੂੜ ਹੋਆ ਸਿਕਦਾਰ। ਲੋਭ ਪਾਪ ਦੇ ਦਰਬਾਰ ਵਿੱਚ ਕਾਮ ਇਹਨਾਂ ਦਾ ਸਲਾਹਕਾਰ ਬਣਦਾ। ਕਾਮ ਨੇਬ ਸਦ ਪੁੱਛੀਏ, ਸਲਾਹਕਾਰ ਨਾਇਬ ਬਣ ਜਾਂਦਾ, ਸਲਾਹਕਾਰ ਬਣ ਜਾਂਦਾ। ਬਹਿ ਬਹਿ ਕਰੈ ਵਿਚਾਰ, ਅਤੇ ਬਹਿ ਬਹਿ ਕੇ ਇਹ ਸਾਰੇ ਲਾਲਚੀ, ਪਾਪੀ, ਝੂਠੇ ਅਤੇ ਕਾਮੀ ਬੰਦੇ ਨਿੱਤ ਬੈਠ ਕੇ ਵਿਚਾਰਾਂ ਕਰਦੇ ਆ। ਹੁਣ ਇਹ ਸੋਚਣ ਵਾਲੀ ਗੱਲ ਆ ਵੀ ਜਿੱਥੇ ਕਾਮੀ, ਲੋਭੀ ਅਤੇ ਪਾਪੀ ਬੰਦੇ ਬੈਠਣਗੇ, ਝੂਠੇ ਬੰਦੇ ਬੈਠਣਗੇ, ਉੱਥੇ ਮਜਲਿਸ ਕਿਹੋ ਜਿਹੀ ਹੋਊਗੀ, ਸਲਾਹ ਕਿਹੋ ਜਿਹੀ ਹੋਊਗੀ, ਬੋਲ ਬਾਣੀ ਕਿਹੋ ਜਿਹੀ ਹੋਊਗੀ, ਸਲਾਹਾਂ ਕਿਸ ਤਰ੍ਹਾਂ ਦੀਆਂ ਹੋਣਗੀਆਂ, ਇਹਦਾ ਅੰਦਾਜ਼ਾ ਸਰੋਤੇ ਜਨ ਸਹਿਜੇ ਹੀ ਲਾ ਸਕਦੇ ਆ ਵੀ ਜਿੱਥੇ ਪਾਪੀ ਵੀ ਸਿਰੇ ਦਾ ਬੰਦਾ ਬੈਠਾ ਹੋਵੇ, ਲੋਭੀ ਵੀ ਸਿਰੇ ਦਾ ਬੈਠਾ ਹੋਵੇ, ਝੂਠਾ ਵੀ ਸਿਰੇ ਦਾ ਬੈਠਾ ਹੋਵੇ, ਕਾਮੀ ਵੀ ਸਿਰੇ ਦਾ ਬੈਠਾ ਹੋਵੇ, ਤਾਂ ਉੱਥੋਂ ਭਲੇ ਦੀ ਉਮੀਦ ਕਿੱਥੋਂ ਕੀਤੀ ਜਾ ਸਕਦੀ ਹੈ। ਉੱਥੇ ਤਾਂ ਉਜਾੜ ਹੀ ਹੈ। ਔਰ ਪਾਪ ਦੇ ਦਰਬਾਰ ਵਿੱਚ ਕਾਮ ਜਦੋਂ ਸਲਾਹਕਾਰ ਬਣਦਾ ਤਾਂ ਇਹਨਾਂ ਸਾਰੇ ਪਾਪਾਂ 'ਤੇ, ਵਿਕਾਰਾਂ 'ਤੇ ਪਰਦਾ ਪਾਉਣ ਵਾਸਤੇ ਲਾਲਚ ਜਿਹੜਾ ਵਾ ਉਹ ਫਿਰ ਪੂਰਨ ਰੂਪ ਵਿੱਚ ਝੂਠ ਬੋਲਦਾ। ਅਸੀਂ ਝੂਠ ਉਦੋਂ ਬੋਲਦੇ ਹਾਂ ਜਦੋਂ ਗੁਨਾਹ ਕਰਦੇ ਹਾਂ, ਪਾਪ ਕਰ ਬਹਿੰਦੇ ਹਾਂ, ਉਹਨਾਂ 'ਤੇ ਪਰਦਾ ਪਾਉਣ ਲਈ ਬੰਦਾ ਝੂਠ ਬੋਲਦਾ।
ਸੋ ਗੁਰੂ ਸਾਹਿਬ ਜੀ ਨੇ ਇਹ ਪੱਖ ਇਸ ਸ਼ਲੋਕ ਵਿੱਚ ਬੜਾ ਕੀਮਤੀ ਸਮਝਾਇਆ ਵੀ ਜਗਤ ਵਿੱਚ ਜੀਵਾਂ ਅੰਦਰ ਲਾਲਚ ਰਾਜਾ ਆ, ਪਾਪ ਵਜ਼ੀਰ ਹੈ ਤੇ ਝੂਠ ਚੌਧਰੀ ਹੈ। ਇਸੇ ਲੱਭ ਤੇ ਪਾਪ ਦੇ ਦਰਬਾਰ ਵਿੱਚ ਕਾਮ ਇਹਨਾਂ ਦਾ ਸਲਾਹਕਾਰ ਹੈ। ਭਾਵ ਕਿ ਜੀਵਨ ਵਿੱਚ ਲਾਲਚ ਤੇ ਉਸ ਦੀ ਪੂਰਤੀ ਲਈ ਕੀਤਾ ਕਰਮ ਪਾਪ ਹੋਵੇਗਾ, ਅਤੇ ਪਾਪ ਤੇ ਪਰਦਾ ਪਾਉਣ ਲਈ ਝੂਠ ਬੋਲੇਗਾ ਬੰਦਾ। ਇਹੀ ਲਾਲਚ ਕਾਮ ਨਾਲ ਲੱਗ ਕੇ ਇੱਧਰ ਵੀ ਪਾਪ ਕਮਾਉਂਦਾ ਦਿਸਦਾ ਹੈ। ਇਹਨਾਂ ਦੀ ਪਰਜਾ, ਹੁਣ ਇਹ ਮਨੁੱਖ ਦੀ ਪਰਜਾ ਕੀ ਆ? ਗਿਆਨ ਇੰਦਰੇ, ਕਰਮ ਇੰਦਰੇ। ਅੰਧੀ ਰਈਅਤ ਗਿਆਨ ਵੀ ਹੋਣੀ। ਗੁਰੂ ਸਾਹਿਬ ਜੀ ਕਹਿੰਦੇ ਰਈਅਤ ਅੰਨੀ ਹੋ ਗਈ, ਗਿਆਨ ਤੋਂ ਸਖਣੀ ਹੋ ਗਈ, ਸਮਝ ਤੋਂ ਸਖਣੀ ਹੋ ਗਈ, ਤੇ ਭਾ ਭਰੇ ਮੁਰਦਾਰ। ਗਿਆਨ ਤੋਂ ਸਖਣੀ ਹੋਣ ਦੇ ਕਾਰਨ ਮਾਨੋ ਅੰਨੀ ਹੋਈ ਹੈ ਅਤੇ ਤ੍ਰਿਸ਼ਨਾ ਅੱਗ ਦੀ ਚੱਟੀ ਭਰ ਰਹੀ ਹੈ। ਜਿਵੇਂ ਅਸੀਂ ਲਾਲਚ ਵਿੱਚ ਫਸ ਜਾਂਦੇ ਹਾਂ, ਔਗਣਾਂ 'ਚ ਫਸ ਜਾਂਦੇ ਹਾਂ, ਬੁਰਾਈਆਂ 'ਚ ਫਸ ਜਾਂਦੇ ਹਾਂ, ਅਤੇ ਅਸੀਂ ਫਿਰ ਮੁਰਦਿਆਂ ਵਾਂਗ ਸੰਸਾਰ ਵਿੱਚ ਵਿਚਰਦੇ ਹਾਂ, ਅਤੇ ਤ੍ਰਿਸ਼ਨਾ ਦੀ ਅੱਗ ਸਾਡੇ ਅੰਦਰ ਮਾਨੋ ਬਲਣੀ ਸ਼ੁਰੂ ਹੋ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਗਿਆਨੀ ਨੱਚੈ ਵਾਜੇ ਵਾਹਵੇਂ, ਰੂਪ ਕਰੇ ਸ਼ਿੰਗਾਰ। ਗਿਆਨਵਾਨ ਅਖਵਾਉਂਦੇ ਲੋਕ ਨੱਚ ਰਹੇ ਆ, ਉੱਚੀ ਉੱਚੀ ਕੂਕ ਕੇ ਵਾਜੇ ਵਜਾ ਰਹੇ ਆ, ਦੁਨੀਆ ਦੇ ਲੋਕਾਂ ਨੂੰ ਦੁਹਾਈਆਂ ਦੇ ਰਹੇ ਆ, ਪਰ ਅਸਲ ਰੂਪ ਕਰੇ ਸ਼ਿੰਗਾਰ, ਤੇ ਬਾਹਰੀ ਤੌਰ 'ਤੇ ਸ਼ਿੰਗਾਰ ਕਰ ਕਰਕੇ ਸੋਹਣੇ ਬਣਨ ਦੀ ਕੋਸ਼ਿਸ਼ ਕਰ ਰਹੇ ਆ। ਜਿਵੇਂ ਮੈਂ 2-3 ਪੱਖ ਵਿਚਾਰਦਾ ਹੁੰਦਾ ਬਹੁਤ ਵਾਰ ਵੀ ਅੱਜ ਜਾਂ ਤੁਹਾਨੂੰ ਧਾਰਮਿਕ ਤੌਰ 'ਤੇ ਲੋਕ ਬੜੇ ਲਿਸ਼ਕੇ ਪੁਸ਼ਕੇ ਮਿਲਣਗੇ। ਧਰਮ ਜੀਵਨ ਵਿੱਚ ਹੈ ਜਾਂ ਨਹੀਂ ਇਹ ਗੱਲ ਮੈਟਰ ਨਹੀਂ ਕਰਦੀ। ਬੰਦਿਆਂ ਨੇ ਬਾਹਰੋਂ ਲਿਬਾਸ, ਚਮਕਵੇਂ ਕੱਪੜੇ, ਖੂਬਸੂਰਤ ਕੱਪੜੇ, ਦੁਨੀਆ ਨਾਲੋਂ ਅਲੱਗ ਕੱਪੜੇ, ਤਾਂ ਕਿ ਇੱਕ ਦੁਨੀਆ ਦੇ ਵਿੱਚੋਂ ਅਲੱਗ ਤਰ੍ਹਾਂ ਦੇ ਦਿਸੀਏ। ਉਹਨਾਂ ਕੱਪੜਿਆਂ ਨੂੰ ਪਾ ਕੇ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਧਰਮੀ ਹਾਂ। ਦੂਜੇ ਪੱਖ ਤੋਂ ਧਰਮੀ ਚੋਲੇ ਪਾ ਲਏ, ਧਰਮੀ ਕੱਪੜੇ ਪਾ ਲਏ, ਪਰ ਧਰਮ ਨਹੀਂ ਜੀਵਨ 'ਚ ਆਇਆ। ਦੂਸਰੇ ਪੱਖ 'ਤੇ ਸੰਸਾਰਿਕ ਬੰਦਿਆਂ ਨੇ ਬ੍ਰੈਂਡਡ ਕੱਪੜੇ ਪਾ ਲਏ, ਕੀਮਤੀ ਕੱਪੜੇ ਪਾ ਲਏ, ਸੋਹਣੇ ਕੱਪੜੇ ਪਾ ਲਏ, ਪਰ ਜੀਵਨ ਸੋਹਣਾ ਨਹੀਂ ਹੋਇਆ। ਨਾ ਧਾਰਮਿਕ ਲੋਕ ਧਰਮ ਵਾਲੇ ਕੱਪੜੇ ਪਾ ਕੇ ਧਰਮੀ ਹੋਏ, ਅਤੇ ਨਾ ਸੰਸਾਰਿਕ ਲੋਕ ਸੰਸਾਰ ਦੇ ਖੂਬਸੂਰਤ ਕੱਪੜੇ ਪਾ ਕੇ ਤੇ ਸੋਹਣੇ ਹੋਏ। ਉਹ ਅੰਦਰੋਂ ਕਿਰਦਾਰ ਦੇ ਸੋਹਣੇ ਨਹੀਂ ਹੋਏ। ਰੂਪ ਕਰੇ ਸ਼ਿੰਗਾਰ, ਬਾਹਰੀ ਤੌਰ 'ਤੇ ਸ਼ਿੰਗਾਰ ਜਿਹੜਾ ਆ ਉਹ ਬਹੁਤ ਕਰਦੇ ਆ। ਔਰ ਜਿਵੇਂ ਤੁਸੀਂ ਪੁਰਾਣੇ ਬਜ਼ੁਰਗਾਂ ਨੂੰ ਵੇਖੋ, ਕੱਪੜੇ ਉਹਨਾਂ ਦੇ ਖੂਬਸੂਰਤ ਨਹੀਂ ਸੀ, ਪਰ ਕਿਰਦਾਰ ਬੜੇ ਪਿਆਰੇ ਸੀ, ਉਹਨਾਂ ਦੇ ਕਿਰਦਾਰ ਬੜੇ ਖੂਬਸੂਰਤ ਸਨ। ਔਰ ਸਾਡੇ ਗੁਰੂ ਸਾਹਿਬਾਨਾਂ ਨੇ ਨਾ ਤਾਂ ਕਿਸੇ ਦੇ ਕੱਪੜੇ ਵੇਖੇ ਅਤੇ ਨਾ ਕਿਸੇ ਨੂੰ ਕੱਪੜੇ ਵਿਖਾਏ। ਮਹਾਰਾਜ ਕਿਸੇ ਦੇ ਕੱਪੜੇ ਵੇਖ ਕੇ ਕਦੀ ਪ੍ਰਭਾਵਿਤ ਨਹੀਂ ਹੋਏ, ਅਤੇ ਨਾ ਮਹਾਰਾਜ ਨੇ ਕੋਈ ਇਸ ਤਰ੍ਹਾਂ ਦਾ ਖਾਸ ਲਿਬਾਸ ਧਾਰਨ ਕੀਤਾ ਵੀ ਲੋਕ ਮਹਾਰਾਜ ਦੇ ਕੱਪੜੇ ਵੇਖ ਕੇ ਕਹਿਣ ਵੀ ਬੱਲੇ ਬੱਲੇ, ਕਮਾਲ ਹੋ ਗਈ ਵੀ ਇੰਨੇ ਖੂਬਸੂਰਤ, ਇੰਨੇ ਪਿਆਰੇ ਕੱਪੜੇ ਪਾਏ। ਤੋ ਇਸ ਗੱਲ ਤੋਂ ਗੁਰੂ ਸਾਹਿਬ ਜੀ ਨੇ ਸਾਨੂੰ ਬਾਹਰ ਹੀ ਕੱਢਤਾ। ਇਸੇ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸੱਜਣ ਕੋਲ ਜਾਂਦੇ ਆ, ਤੇ ਕੱਪੜੇ ਵੇਖ ਕੇ ਨਹੀਂ ਉਹਨੂੰ ਅੰਦਾਜ਼ਾ ਹੁੰਦਾ ਵੀ ਇਹ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਹੈ, ਪਰ ਜਦੋਂ ਵਿਚਾਰ ਕਰਦੇ ਆ ਤਾਂ ਸਿਰ ਝੁਕਦਾ ਉਹਦਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਾਹਮਣੇ। ਠੀਕ ਇੱਦਾਂ ਹੀ ਭਾਈ ਲਹਿਣਾ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਦੇ ਆ, ਕੱਪੜੇ ਵੇਖ ਕੇ ਭਾਈ ਲਹਿਣਾ ਜੀ ਨੂੰ ਵੀ ਅੰਦਾਜ਼ਾ ਨਹੀਂ ਹੋਇਆ ਵੀ ਨਾਨਕ ਜੀ ਇਹੀ ਹੋਣਗੇ, ਪਰ ਜਦੋਂ ਨਾਨਕ ਜੀ ਨੇ ਵਿਚਾਰ ਦਿੱਤੇ, ਵਿਚਾਰ ਕੀਤੇ, ਤਾਂ ਭਾਈ ਲਹਿਣਾ ਜੀ ਨੇ ਐਸਾ ਸੀਸ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਝੁਕਾਇਆ ਵੀ ਉਹ ਨਾਨਕ ਦਾ ਦੂਜਾ ਰੂਪ ਹੋ ਕੇ ਹੀ ਸਿਰ ਚੁੱਕਿਆ। ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਨੇ ਭਾਈ ਲਹਿਣੇ ਦੇ ਰੂਪ 'ਚ ਸੀਸ ਝੁਕਾਇਆ, ਪਰ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਬਣ ਕੇ ਸਿਰ ਉਹਨਾਂ ਨੇ ਚੁੱਕਿਆ। ਤੋ ਇਹ ਗੱਲ ਬੜੇ ਧਿਆਨ ਨਾਲ ਸਮਝਣ ਵਾਲੀ ਆ ਵੀ ਬਾਹਰੀ ਤੌਰ 'ਤੇ ਨਾ ਤਾਂ ਧਰਮ ਦਾ ਕੋਈ ਲਿਬਾਸ ਹੁੰਦਾ, ਨਾ ਹੀ ਬਾਹਰੀ ਤੌਰ 'ਤੇ ਖੂਬਸੂਰਤ ਕੱਪੜੇ ਪਾ ਕੇ ਕੋਈ ਸੋਹਣਾ ਬਣਦਾ। ਸੋਹਣੇ ਵਿਚਾਰ ਹੁੰਦੇ ਆ, ਉਹ ਪਾਟੇ ਕੱਪੜਿਆਂ 'ਚ ਵੀ ਖੂਬਸੂਰਤ ਹੋ ਸਕਦੇ ਆ। ਬਸਤਾ ਟੂਟੀ ਝੋਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਣ ਕਿ ਸਾਕ ਨਾ ਛਿੰਨਾ, ਰਾਜਾ ਸਗਲੀ ਸਿਸ਼ਟ ਕਾ ਹਰਨਾਮ ਮਨ ਭਿੰਨਾ। ਮਹਾਰਾਜ ਨੇ ਕਿਹਾ ਵੀ ਟੁੱਟੀ ਝੋਪੜੀ 'ਚ ਰਹਿੰਦਾ ਹੋਵੇ, ਚੀਰ ਸਭ ਛਿੰਨਾ, ਕੱਪੜੇ ਉਹਨੇ ਪਾਟੇ ਪਾਏ ਹੋਣ, ਉਹਦੀ ਕੋਈ ਬਹੁਤ ਵੱਡੀ ਜਾਤ ਨਾ ਹੋਵੇ, ਜਾਤ ਨਾ ਪੱਤ, ਬਹੁਤੀ ਇੱਜ਼ਤ ਵੀ ਨਾ ਹੋਵੇ, ਕਿਉਂਕਿ ਜ਼ਰੂਰੀ ਨਹੀਂ ਸਚਿਆਰੇ ਬੰਦੇ ਦੀ ਬਹੁਤ ਵੱਡੇ ਪੱਧਰ 'ਤੇ ਇੱਜ਼ਤ ਹੋਵੇ। ਮੈਂ ਅੱਜ ਹੀ ਕਿਸੇ ਵਿਦਵਾਨ ਦੀ ਕੋਟੇਸ਼ਨ ਪੜ੍ਹਦਾ ਸੀ ਵੀ ਜਦੋਂ ਮੈਂ ਸੱਚ ਬੋਲਿਆ ਅਤੇ
ਇੰਨਾ ਇਕੱਲਾ ਰਹਿ ਗਿਆ ਵੀ ਕੋਈ ਵੀ ਮੇਰੇ ਨਾਲ ਨਹੀਂ। ਪਰ ਫਿਰ ਮੈਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਯਾਦ ਕੀਤਾ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਯਾਦ ਕੀਤਾ, ਅਤੇ ਮੈਂ 1 ਤੋਂ 1.25 ਲੱਖ ਹੋ ਗਿਆ। ਸੋ ਇਸ ਲਈ ਸਿੱਖ 1.25 ਲੱਖ ਹੀ ਹੁੰਦਾ, ਸਿੱਖ ਇਕੱਲਾ ਨਹੀਂ ਹੁੰਦਾ ਕਦੇ। ਔਰ ਇਸ ਡਰੋਂ ਸਿੱਖ ਸੱਚ ਬੋਲਣੋਂ ਨਹੀਂ ਹਟਦਾ ਵੀ ਮੈਂ ਇਕੱਲਾ ਨਾ ਰਹਿ ਜਾ। ਗੁਰੂ ਸਾਹਿਬ ਜੀ ਦੀ ਕਮਾਲ ਦੀ ਬਖਸ਼ਿਸ਼ ਆ ਵੀ ਮਹਾਰਾਜ ਨੇ ਉਹਨੂੰ ਬਣਾ ਹੀ 1.25 ਲੱਖ ਦਿੱਤਾ। ਤੋ ਸਿੱਖ ਕਦੇ ਆਪਣਾ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ। ਉਹਦੇ 'ਚ ਇੱਕ ਪੱਖ ਇਹ ਵੀ ਅਸੀਂ ਧਿਆਨ ਨਾਲ ਵਿਚਾਰਦੇ ਹਾਂ ਵੀ ਗੁਰ ਮੇਰੇ ਸੰਗ ਸਦਾ ਹੈ ਨਾਲੇ। ਪਰ ਇੱਥੇ ਗਿਆਨ ਤੋਂ ਸੱਖਣੇ ਲੋਕ ਕਹਾਉਂਦੇ ਆ ਗਿਆਨੀ, ਨੱਚਦੇ ਆ ਧਰਮ ਦੇ ਤਾਲ 'ਤੇ, ਉੱਚੇ ਉੱਚੇ ਵਾਜੇ ਵਾਹਵੇਂ, ਰੂਪ ਕਰੇ ਸ਼ਿੰਗਾਰ, ਉੱਚੇ ਕੂਕੈਂ ਕੂਕਦੇ ਆ, ਵਾਦਾ ਗਾਵੇਂ ਯੋਧਾ ਕਾ ਵਿਚਾਰ, ਯੋਧਿਆਂ ਦੀਆਂ ਵਿਚਾਰਾਂ ਕਰਦੇ ਆ। ਸਿੱਖ ਇਤਿਹਾਸ ਅਸੀਂ ਸਾਰਾ ਪੜ੍ਹਦੇ ਹੀ ਹਾਂ, ਯੋਧਿਆਂ ਦੀਆਂ ਗੱਲਾਂ ਕਰਦੇ ਹਾਂ। ਪਰ ਮੈਨੂੰ ਕਈ ਵਾਰ ਬਹੁਤ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਕੀ ਮੈਂ ਜਿੰਨਾ ਮਹਾਨ ਯੋਧਿਆਂ ਦੀਆਂ ਗੱਲਾਂ ਕਰਦਾ ਉਹ ਗੁਣ ਮੇਰੇ 'ਚ ਕਿਉਂ ਨਹੀਂ ਆ, ਮੇਰੇ 'ਚ ਉਹ ਕੁਆਲਿਟੀ ਕਿਉਂ ਨਹੀਂ। ਆ ਪਿਛਲੇ ਦਿਨੀ ਸਿੰਘ ਸਭਾ ਦੇ ਲਹਿਰ ਦੇ ਮਸਲੇ 'ਤੇ ਬੜਿਆ ਵਾਰ ਚਰਚਾ ਚੱਲੀ, ਗਿਆਨੀ ਦਿੱਤ ਸਿੰਘ ਹੋਣਾ ਦੀ, ਗਿਆਨੀ ਗੁਰਮੁਖ ਸਿੰਘ ਦੀ। ਔਰ ਮੈਨੂੰ ਹਰ ਵਾਰ ਹੈਰਾਨਗੀ ਹੋਈ ਵੀ ਮੈਂ ਕਿਉਂ ਨਹੀਂ ਗੁਰਮੁਖ ਸਿੰਘ ਵਾਲੇ ਰਾਹ 'ਤੇ ਤੁਰ ਸਕਿਆ, ਮੇਰੇ ਤੋਂ ਕਿਉਂ ਨਹੀਂ ਗਿਆਨੀ ਦਿੱਤ ਸਿੰਘ ਵਾਲਾ ਰੋਲ ਪਲੇ ਹੋ ਰਿਹਾ, ਸਾਡੇ ਤੋਂ ਕਿਉਂ ਨਹੀਂ ਉਹ ਡਿਊਟੀਆਂ ਨਿਭਾਈਆਂ ਜਾ ਰਹੀਆਂ ਜਿਹੜੀਆਂ ਉਹਨਾਂ ਨੇ ਨਿਭਾਈਆਂ। ਤਾਂ ਇਸ ਲਈ ਜਦੋਂ ਤੁਸੀਂ ਆਪਣੇ ਆਪ ਨੂੰ ਸਮਝਣ ਲੱਗ ਪੈਂਦੇ ਆ, ਜਾਣਨ ਲੱਗ ਪੈਂਦੇ ਆ, ਵਿਚਾਰਨ ਲੱਗ ਪੈਂਦੇ ਆ, ਤਾਂ ਫਿਰ ਉੱਚੀ ਕੋਕਣਾ ਮੈਨੇ ਨਹੀਂ ਰੱਖਦਾ, ਸਿਰਫ ਯੋਧਿਆਂ ਦੀਆਂ ਵਿਚਾਰਾਂ ਮੈਨੇ ਨਹੀਂ ਰੱਖਦੀਆਂ, ਮੈਨੇ ਰੱਖਦੀਆਂ ਵੀ ਤੁਸੀਂ ਜੀਵਨ ਦਾ ਪੱਧਰ ਕਿੰਨਾ ਕੁ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕਰਕੇ ਉੱਚਾ ਚੁੱਕ ਰਹੇ ਹੋ। ਗੁਰੂ ਸਾਹਿਬ ਜੀ ਕਹਿੰਦੇ ਆ ਵੀ ਉੱਚੀ ਉੱਚੀ ਕੂਕਦੇ ਆ, ਘੋੜੀਆਂ ਗਾਉਂਦੇ ਆ, ਬੜੇ ਉਸ ਤਰ੍ਹਾਂ ਦੇ ਵਿਚਾਰ ਆਪਣੇ ਆਪ ਵਿੱਚ ਕਰਦੇ ਆ। ਵਾਦਾਂ, ਝਗੜੇ, ਕਲੇਸ਼, ਆਹ ਨਹੀਂ ਚੰਗਾ, ਉਹ ਚੰਗਾ ਵਾ, ਇਹਦੇ ਨਾਲ ਨਹੀਂ, ਸਾਡਾ ਧਰਮ ਵਧੀਆ, ਤੁਹਾਡਾ ਨਹੀਂ ਚੰਗਾ, ਸਾਡਾ ਰੱਬ ਵਧੀਆ, ਸਾਡਾ ਅੱਲਾ ਵਧੀਆ, ਸਾਡਾ ਖੁਦਾ ਵਧੀਆ। ਸੋ ਇਸ ਤਰ੍ਹਾਂ ਦੇ ਝਗੜੇ, ਵਾਦ ਵਿਵਾਦ ਜਿਹੜੇ ਆ ਸੰਸਾਰ ਵਿੱਚ ਬਹੁਤ ਬੁਰੀ ਤਰ੍ਹਾਂ ਨਾਲ ਪਸਰੇ ਹੋਏ ਆ। ਮਹਾਰਾਜ ਕਹਿੰਦੇ ਮੂਰਖ ਪੰਡਤ ਹਿਕਮਤ ਹੁਜਤ ਸੰਜੇ ਕਰੇ ਪਿਆਰ। ਮੂਰਖ ਪੰਡਤ ਅਖਵਾ ਰਿਹਾ ਤੇ ਹਿਕਮਤ ਕਰ ਰਿਹਾ। ਹਿਕਮਤ ਦਾ ਮਤਲਬ ਹੁੰਦਾ ਵਾ ਵੀ ਇਹ ਬੰਦੇ ਆਪਣੇ ਅੰਦਰ ਦੀ ਚਲਾਕੀ, ਆਪਣੇ ਅੰਦਰ ਦੀਆਂ ਚਲਾਕੀਆਂ ਦੇ ਨਾਲ ਆਪਣੇ ਆਪ ਨੂੰ ਸਿਆਣਾ ਹੋਣ ਦਾ ਮਾਣ ਦਿਵਾ ਰਿਹਾ, ਜਾਂ ਇੱਦਾਂ ਕਹਿ ਲਓ ਸਿਆਣਾ ਹੋਣ ਦਾ ਭਰਮ ਪਾਲ ਲਿਆ। ਚਲਾਕੀਆਂ ਕਰਦੇ ਆ, ਬੜੀਆਂ ਬੇਹੂਦੀਆਂ ਦਲੀਲਾਂ ਦਿੰਦੇ ਆ ਜਿਨ੍ਹਾਂ ਦੇ ਕੋਈ ਮਤਲਬ ਨਹੀਂ ਬਣਦੇ, ਪਰ ਅਸਲ ਵਿੱਚ ਜੀਵਨ ਵਿੱਚ ਸਚਿਆਰਪਨ ਨਹੀਂ ਹੈ। ਕਿਉਂਕਿ ਲੱਭ ਪਾਪ ਦੇ ਰਾਜਾ ਮਹਿਤਾ, ਕੂੜ ਹੋਆ ਸਿਕਦਾਰ, ਕਾਮ ਨੇਵ ਸਦ ਪੁੱਛੀਏ। ਜੁੰਡਲੀ ਅਸਲ ਵਿੱਚ ਕਾਮ, ਕ੍ਰੋਧ, ਲੋਭ ਅਤੇ ਮੋਹ ਵਾਲੀ ਹੈ। ਔਰ ਇਸ ਜੁੰਡਲੀ ਵਿੱਚ ਲੱਗੇ ਹੋਏ ਲੋਕ ਭਾਵੇਂ ਜਿੰਨੀਆਂ ਮਰਜ਼ੀ ਮਹਾਨ ਅਤੇ ਚੰਗੀਆਂ ਗੱਲਾਂ ਕਰ ਲੈਣ, ਪਰ ਜੀਵਨ ਦਾ ਵਿਹਾਰ ਬਹੁਤਾ ਖੂਬਸੂਰਤ ਨਹੀਂ ਬਣ ਰਿਹਾ। ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਨਾਲ ਸੰਸਾਰ ਦਾ ਬਹੁਤ ਵੱਡਾ ਹਿੱਸਾ ਆਪਣੇ ਆਪ ਵਿੱਚ ਉੱਚੀ ਉੱਚੀ ਕੂਕ ਕੇ ਯੁੱਧਾਂ ਅਤੇ ਪ੍ਰਸੰਗ ਸੁਣਾਉਂਦੇ ਆ, ਯੋਧਿਆਂ ਦੀਆਂ ਵਾਰਾਂ ਦੀ ਵਿਆਖਿਆ ਕਰਦੇ ਆ। ਪੜ੍ਹੇ ਲਿਖੇ ਮੂਰਖ ਨਿਰੀਆਂ ਚਲਾਕੀਆਂ ਕਰਨੀਆਂ ਅਤੇ ਦਲੀਲਾਂ ਦੇਣੀਆਂ ਹੀ ਜਾਣਦੇ ਹਨ, ਪਰ ਮਾਇਆ ਦੇ ਇਕੱਠਾ ਕਰਨ ਵਿੱਚ ਜੁਟੇ ਹੋਏ ਆ। ਦੌੜ ਸਿਰਫ ਪੈਸੇ ਦੀ ਬਣੀ ਹੋਈ ਹੈ। ਸਤਿਗੁਰੂ ਜੀ ਫਿਰ ਅੱਗੇ ਬਖਸ਼ਿਸ਼ ਕਰਦੇ, ਧਰਮੀ ਧਰਮ ਕਰੇ ਗਵਾਵੇਂ ਮੰਗੇ ਮੋਖ ਦੁਆਰ। ਜੋ ਮਨੁੱਖ ਆਪਣੇ ਆਪ ਨੂੰ ਧਰਮੀ ਸਮਝਦੇ ਆ ਉਹ ਧਰਮ ਕਰਮ ਕਰਦੇ ਆ, ਪਰ ਭੈੜੀਆਂ ਵਾਸ਼ਨਾਵਾਂ ਦੇ ਬੱਧੇ ਹੋਏ ਸਾਰੀ ਮਿਹਨਤ ਗਵਾ ਬੈਠਦੇ ਆ। ਧਰਮੀ ਧਰਮ ਕਰੇ ਗਵਾਵੇਂ ਮੰਗੇ ਮੋਖ ਦੁਆਰ, ਕਿਉਂਕਿ ਉਹ ਭੈੜੀਆਂ ਵਾਸ਼ਨਾਵਾਂ ਵਿੱਚ ਫਸੇ ਹੋਏ ਇਹ ਸੋਚ ਕੇ ਬੈਠੇ ਹੋਏ ਆ ਵੀ ਅਸੀਂ ਮੁਕਤ ਹੋ ਜਾਈਏ। ਮੁਕਤੀ ਮੰਗਦੇ ਆ। ਸਿੱਖ ਮੁਕਤੀ ਨਹੀਂ ਮੰਗਦਾ, ਸਿੱਖ ਗੁਰੂ ਦਾ ਪਿਆਰ ਮੰਗਦਾ। ਗੁਰੂ ਦੇ ਪਿਆਰ ਮਾਣ ਮੋਹ ਦੋਨੋਂ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ, ਕਹੋ ਨਾਨਕੇ ਬਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੇ। ਸੋ ਇਸ ਤਰ੍ਹਾਂ ਨਾਲ ਜਦੋਂ ਅਸੀਂ ਧਰਮ ਦੇ ਕਰਮ ਕਰਦਾ, ਪਰ ਉਹਦੇ ਪਿੱਛੇ ਉਹਦਾ ਲਾਲਚ, ਉਹਦੇ ਪਿੱਛੇ ਉਹਦਾ ਸਵਾਰਥ ਕੰਮ ਕਰਦਾ, ਅਤੇ ਉਹਦਾ ਧਰਮ ਦਾ ਕੀਤਾ ਹੋਇਆ ਕਰਮ ਵੀ ਉਹਨੂੰ ਧਰਮੀ ਨਹੀਂ ਬਣਾਉਂਦਾ। ਜਤੀ ਸਦਾਵੇਂ ਜੁਗਤ ਨਾ ਜਾਣੈ,
ਛੱਡ ਬਹਿ ਘਰ-ਬਾਰ। ਕਈ ਇਹੋ ਜਿਹੇ ਆ ਜਿਹੜੇ ਆਪਣੇ ਆਪ ਨੂੰ ਜਤੀ ਅਖਵਾਉਂਦੇ ਆ, ਜਤੀ ਹੋਣ ਦੀ ਜੁਗਤੀ ਜਾਣਦੇ ਨਹੀਂ, ਐਵੇਂ ਵੇਖੋ ਵੇਖੀ ਘਰ ਘਾੜ ਛੱਡ ਜਾਂਦੇ ਹਨ। ਇੱਦਾਂ ਉਹਨੇ ਘਰ ਛੱਡਿਆ ਰੱਬ ਮਿਲੇਗਾ, ਉਹਨੇ ਘਰ ਛੱਡਿਆ ਰੱਬ ਮਿਲੇਗਾ, ਵੇਖੋ ਵੇਖੀ ਘਰ ਛੱਡੇ ਜਾ ਰਹੇ ਆ, ਪਰ ਜਤੀ ਹੋਣ ਦੀ ਜੁਗਤ ਉਹਨਾਂ ਨੂੰ ਨਹੀਂ ਆਉਂਦੀ। ਜਤੀ ਸਦਾਵੇਂ ਜੁਗਤ ਨਾ ਜਾਣੇ, ਛੱਡ ਬਹਿ ਘਰ-ਬਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਇਹ ਲੋਕ ਜਤੀ ਨਹੀਂ ਹੁੰਦੇ ਜਿਹੜੇ ਘਰ-ਬਾਰ ਛੱਡ ਦੇਣ, ਪਰਿਵਾਰ ਛੱਡ ਦੇਣ। ਇੱਦਾਂ ਮੰਨ ਲਓ ਵੀ ਜੇ ਸਾਰੀ ਦੁਨੀਆ ਹੀ ਜਤੀ ਹੋ ਜਾਏ ਇੱਦਾਂ ਦੀ, ਤੇ ਸੰਸਾਰ ਚੱਲ ਸਕਦਾ। ਜਿਹੜੇ ਕਹਿੰਦੇ ਅਸੀਂ ਪਰਿਵਾਰ ਛੱਡ ਕੇ ਜਤੀ ਹੋਣਾ, ਜੀ ਉਹਨਾਂ ਦੇ ਮਾਪੇ ਜਤੀ ਹੋ ਜਾਂਦੇ, ਉਹਨਾਂ ਦੇ ਮਾਪੇ ਜਤੀ ਹੋ ਜਾਂਦੇ, ਤੇ ਸ਼ਾਇਦ ਇਸ ਤਰ੍ਹਾਂ ਦੀ ਵਿਚਾਰਧਾਰਾ ਵਾਲੇ ਲੋਕ ਦੁਨੀਆ 'ਤੇ ਪੈਦਾ ਹੀ ਨਾ ਹੁੰਦੇ। ਸੋ ਇਸ ਲਈ ਇਹ ਸੰਸਾਰ ਦੀ ਇੱਕ ਖੇਡ ਆ। ਇਹਨੂੰ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਜਾਂ ਗੁਰੂ ਸਾਹਿਬ ਜੀ ਦੇ ਪੱਖਾਂ ਨੂੰ ਬੜੇ ਧਿਆਨ ਨਾਲ ਸਾਨੂੰ ਜਿਹੜਾ ਉਹ ਸਮਝਣਾ ਚਾਹੀਦਾ। ਗੁਰੂ ਸਾਹਿਬ ਜੀ ਕਹਿੰਦੇ ਆ ਵੀ ਇਹਨਾਂ ਨੂੰ ਜਤ ਸੱਤ ਦਾ ਕੋਈ ਪਤਾ ਨਹੀਂ, ਸਿਰਫ ਤੇ ਸਿਰਫ ਇਹ ਆਪਣੀ ਮਰਜ਼ੀ ਦੇ ਨਾਲ, ਹਿਕਮਤ ਨਾਲ, ਮੂਰਖਤਾਈ ਨਾਲ ਇਹ ਸਾਰੇ ਕਰਮ ਕਰਦੇ ਆ। ਸਭ ਕੋ ਪੂਰਾ ਆਪੇ ਹੋਵੈ, ਘੱਟ ਨਾ ਕੋਈ ਆਖੇ। ਸਾਰੇ ਹੀ ਆਪਣੇ ਆਪ ਨੂੰ ਇੱਥੇ ਪੂਰਾ ਮੰਨ ਰਿਹਾ, ਕੋਈ ਵੀ ਆਪਣੇ ਆਪ ਨੂੰ ਘੱਟ ਨਹੀਂ ਸਮਝਦਾ। ਔਰ ਇਸ ਲੱਭ ਪਾਪ ਕੂੜ ਅਤੇ ਕਾਮ ਦਾ ਇੰਨਾ ਦਬਦਬਾ ਆ, ਜਿੱਧਰ ਤੱਕ ਉਹ ਹਰੇਕ ਜੀਵ ਆਪਣੇ ਆਪ ਨੂੰ ਪੂਰਨ ਤੌਰ 'ਤੇ ਸਿਆਣਾ ਸਮਝਦਾ। ਸਾਡੇ ਘਰਾਂ ਦੀ ਵੀ ਇਹ ਸਮੱਸਿਆ, ਹਰ ਬੰਦਾ ਆਪਣੇ ਆਪ ਨੂੰ ਸਿਆਣਾ ਸਮਝਦਾ, ਹਰ ਮਨੁੱਖ ਆਪਣੇ ਆਪ ਨੂੰ ਸਿਆਣਾ ਸਮਝਦਾ, ਦੂਜੇ ਦੀ ਸਿਆਣਪ ਨੂੰ ਸਿਆਣਪ ਸਮਝਦਾ ਹੀ ਨਹੀਂ। ਕੋਈ ਮਨੁੱਖ ਇਹ ਨਹੀਂ ਆਖਦਾ ਵੀ ਮੇਰੇ ਵਿੱਚ ਵੀ ਕੋਈ ਘਾਟ ਹੈਗੀ ਹੈ। ਕੋਈ ਬੰਦਾ ਇਹ ਮੰਨਣ ਲਈ ਰਾਜ਼ੀ ਨਹੀਂ ਵੀ ਮੇਰੇ ਵਿੱਚ ਘਾਟ ਹੈਗੀ ਹੈ। ਸਭ ਕੋ ਪੂਰਾ ਆਪੇ ਹੋਵੇ, ਘਾਟ ਨਾ ਕੋਈ ਆਖੇ। ਕੌਣ ਇੱਥੇ ਘੱਟ ਕਹਿੰਦਾ ਆਪਣੇ ਆਪ ਨੂੰ? ਪਰ ਸਤਿਗੁਰੂ ਜੀ ਕਹਿੰਦੇ ਆ, ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆਂ ਜਾਪੇ। ਜੇ ਗੁਰੂ ਦੀ ਸਿਫਤ ਸਲਾਹ ਦਾ ਵੱਟਾ, ਗੁਰੂ ਦੀ ਕਸਵੱਟੀ ਲੈ ਕੇ ਇਸ ਚੀਜ਼ ਨੂੰ ਵੇਖਿਆ ਜਾਵੇ, ਗੁਰੂ ਦੀ ਕਸਵੱਟੀ 'ਤੇ ਪਰਖ ਕੇ ਵੇਖੀਏ, ਤੇ ਫਿਰ ਪਤਾ ਲੱਗਦਾ ਪੂਰਾ ਕੌਣ ਹੈ, ਅਧੂਰਾ ਕੌਣ ਹੈ, ਸੱਚਾ ਕੌਣ ਹੈ, ਝੂਠਾ ਕੌਣ ਹੈ, ਕਿਹੜਾ ਪੂਰਾ ਆ ਅਤੇ ਕਿਹੜਾ ਘਾਟ ਵਾਲਾ ਆ। ਸੋ ਇਸ ਲਈ ਜਿੰਨਾ ਚਿਰ ਤੱਕ ਮਨੁੱਖ ਆਪਣੀ ਆਪਣੀ ਤੱਕੜੀ ਨਾਲ ਤੋਲ ਕੇ ਵੇਖਣਗੇ, ਉਹਨਾਂ ਚਿਰ ਤੱਕ ਸਾਰੇ ਹੀ ਆਪਣੇ ਆਪ ਨੂੰ ਸਿਆਣਾ ਸਮਝਦੇ। ਪਰ ਹੇ ਨਾਨਕ, ਤਾਂ ਹੀ ਮਨੁੱਖ ਤੋਲ ਵਿੱਚ, ਪਰਖ ਵਿੱਚ ਪੂਰਾ ਉਤਰਦਾ ਆ, ਜੇ ਤੱਕੜੀ ਦੇ ਦੂਜੇ ਪੱਲੇ ਵਿੱਚ ਰੱਬ ਵੱਲੋਂ ਮਿਲੀ ਹੋਈ ਇੱਜ਼ਤ ਦਾ ਵੱਟਾ ਪਾਇਆ ਜਾਏ, ਗੁਰੂ ਦੀ ਇੱਜ਼ਤ, ਗੁਰੂ ਦੀ ਕਸਵੱਟੀ 'ਤੇ ਪਰਖ ਕੇ ਵੇਖਿਆ ਜਾਏ, ਤੇ ਫਿਰ ਪਤਾ ਲੱਗਦਾ ਵੀ ਅਸਲ 'ਚ ਪੂਰਾ ਕੌਣ ਹੈ ਅਤੇ ਅਧੂਰਾ ਕੌਣ ਹੈ। ਭਾਵ ਉਹੀ ਮਨੁੱਖ ਊਣਤਾ ਰਹਿਤ ਹੈ ਜਿਸ ਨੂੰ ਪ੍ਰਭੂ ਦੀ ਦਰਗਾਹ ਵਿੱਚ ਆਦਰ ਮਿਲਦਾ ਆ, ਜਿਹਦੀ ਜ਼ਿੰਦਗੀ ਦੇ ਅੰਦਰ ਸੱਚ ਦਾ ਕਾਲ ਨਹੀਂ ਪਿਆ ਹੋਇਆ, ਜਿਹੜਾ ਬੀਜ ਦੁਫਾੜ ਨਹੀਂ ਹੋਇਆ, ਜਿਹੜਾ ਇੱਕ ਨਾਲ ਜੁੜਿਆ ਹੋਇਆ ਆ, ਜਿਹੜਾ ਸਹਿਜ ਹੀ ਸੱਚ ਸਮਾਇਆ ਵਾ, ਜਿਹੜਾ ਸਹਿਜ ਦੇ ਨਾਲ ਗੁਰੂ ਦਾ ਉਪਦੇਸ਼ ਸੁਣ ਕੇ ਤੇ ਉਹ ਸੱਚ ਵਿੱਚ ਸਮਾ ਜਾਂਦਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਇਹ ਗੱਲ ਸਮਝ ਆਵੇ ਵੀ ਗੁਰੂ ਦਾ ਉਪਦੇਸ਼ ਲੈ ਕੇ ਅਸੀਂ ਹੌਲੀ ਹੌਲੀ ਗੁਰੂ ਸਾਹਿਬ ਜੀ ਤੋਂ ਜ਼ਿੰਮੇਵਾਰੀਆਂ, ਗੁਰੂ ਸਾਹਿਬ ਜੀ ਤੋਂ ਫਰਜ਼ਾਂ ਦੀ ਪਛਾਣ ਕਰਦੇ ਹਾਂ। ਉਹ ਸੱਚ ਵਿੱਚ ਇੱਕਮਿਕ ਹੋਣਾ, ਜਿਹਨੂੰ ਸੁਣ ਕੇ ਅਸੀਂ ਸਾਰੇ ਇੱਦਾਂ ਕਹਿ ਰਹੇ ਹਾਂ, ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਕਹਿਣ ਵਾਲੇ ਤੇਰੇ ਰੂਪ ਵਿੱਚ, ਤੇਰੇ ਵਿੱਚ ਸਮਾ ਜਾਂਦੇ ਆ। ਅਦਰਵਾਈਜ਼ ਸੁਣ ਕੇ ਸਾਰੀ ਦੁਨੀਆ ਉਹਨੂੰ ਵੱਡਾ ਕਹਿ ਰਹੀ ਹੈ, ਕੇਵੜ ਵੱਡਾ ਡੀਠਾ ਹੋਏ। ਕੀ ਅਸੀਂ ਵੇਖਿਆ ਉਹ ਕਿੱਡਾ ਵੱਡਾ ਹੈ? ਜਦੋਂ ਅਸੀਂ ਉਹਨੂੰ ਵੇਖਣ ਲੱਗਾਂਗੇ ਤਾਂ ਫਿਰ ਸਾਨੂੰ ਸਮਝ ਲੱਗੂਗੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਭੁੱਲ ਚੁੱਕਾਂ ਲਿਖੀਆਂ। ਸਭਨਾਂ ਦਾ ਧੰਨਵਾਦ, ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।